ਉਹਨਾਂ ਨੂੰ ਤੁਸੀਂ ਬਿਲਕੁਲ ਰੋਲ ਰਹੇ ਹੋ। ਫਿਰ ਕਿਆ ਤੁਹਾਨੂੰ ਲਾਭ ਹੋਈ ਦੱਸੋ ਮੈਨੂੰ? ਸਿਰਫ ਇਸ ਲਈ ਕਿ ਤੁਸੀਂ ਅਡਾਨੀ ਨੂੰ ਖੁਸ਼ ਕਰਨਾ ਹੈ ਜਾਂ ਅਡਾਨੀ ਵਰਗੇ 10 ਹੋਰ ਹੋਣਗੇ ਖੁਸ਼ ਕਰਨਾ ਹੈ। ਮਾਰਦੇ ਹੋ ਤੁਸੀਂ ਗਰੀਬਾਂ ਨੂੰ, ਮਾਰਦੇ ਹੋ ਤੁਸੀਂ ਗਰੀਬਾਂ ਨੂੰ, ਮਾਰਦੇ ਹੋ ਤੁਸੀਂ ਗਰੀਬਾਂ ਨੂੰ। ਕਿਆ ਹੈ? ਵਾਟ ਇਜ਼ ਦਿਸ ਨੌਨਸੈਂਸ? ਮੈਨੂੰ ਬੜਾ ਅਫਸੋਸ ਹੈ ਕਿ ਇਹ ਲੜਾਈ ਨੂੰ ਅਸੀਂ ਲਵਾਂਗੇ ਇਹਨੂੰ ਅਸੀਂ ਵੀ ਵਿਲ ਡੂ ਸਮ ਵਾਟ ਐਵਰ ਸਾਡੇ ਤਾਕਤ ਹੈ, ਸਾਡੇ ਤਾਕਤ ਦੇ ਵਿੱਚ, ਐਂਡ ਵਾਟ ਐਵਰ ਕੌਨਸਟੀਟਿਊਸ਼ਨਲੀ ਐਂਡ ਲੀਗਲੀ ਅਸੀਂ ਅਲਾਉਡ ਹੈ। नजदीक कर ले ਅੱਜ ਦਾ ਜਿਹੜਾ ਮੁੱਦਾ ਮੇਰਾ ਖਿਆਲ ਸਾਰਿਆਂ ਦੇ ਮਨ 'ਚ ਹੈ ਉਹ ਹੈ ਆਹੀ ਜਿਹੜਾ ਸਾਡੇ ਜਨਰਲ ਸੈਕਟਰੀ ਨੇ ਹੁਣ ਗੱਲ ਕਹੀ ਹੈ ਕਿ ਕਿਸਾਨੀ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਦੁਰਦਸ਼ਾ ਬਣਾਈ ਹੋਈ ਹੈ ਆਪਣੇ। ਹੁਣ ਪਾਰਲੀਮੈਂਟ ਨੇ ਪ੍ਰੈਜ਼ੀਡੈਂਟ ਨੇ ਤਾਂ ਕੱਲ੍ਹ ਉਹਨਾਂ ਨੂੰ ਐਕਟ ਨੂੰ ਸਾਈਨ ਬਣਾ ਦਿੱਤਾ ਹੈ, ਹੁਣ ਤਾਂ ਬਿੱਲ ਸਾਈਨ ਹੋ ਗਿਆ ਉਹਨਾਂ ਤੋਂ, ਐਂਡ ਅਸੀਂ ਹੁਣ ਬੜੇ ਔਖੇ ਤਰੀਕੇ ਨਾਲ ਅਸੀਂ ਫਸੇ ਹੋਏ ਹਾਂ। ਮੇਰਾ ਤਾਂ ਖਿਆਲ ਹੈ ਕਿ ਇਸ ਨੂੰ ਬਿੱਲ ਨੂੰ ਬਣਾਉਣਾ, ਪਹਿਲਾਂ ਆਰਡੀਨੈਂਸ ਬਣਾਉਣੀ, ਜਾਂ ਤਾਂ ਇਹ ਲੋਕ ਜਿਨ੍ਹਾਂ ਨੇ ਕਰਵਾਇਆ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਕਿ ਕਿਸ ਤਰੀਕੇ ਨਾਲ ਸਾਡੀ ਕਿਸਾਨੀ ਰੁਲਦੀ ਫਿਰਦੀ ਹੈ ਇਸ ਦੇਸ਼ ਦੇ ਵਿੱਚ। ਅਦਰਵਾਈਜ਼ ਕੋਈ ਸਮਝਦਾਰ ਬੰਦਾ ਕਦੇ ਇਹੋ ਜਿਹੀ ਬਿੱਲ ਨਹੀਂ ਜਾਂ ਕੋਈ ਲਿਆ ਸਕਦਾ। ਦੇਖੋ ਤੁਹਾਨੂੰ ਪਤਾ ਹੈ ਆਪਾਂ 3 ਸਾਲਾਂ ਤੋਂ ਅਸੀਂ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਗਰੀਬ ਕਿਸਾਨ ਨੇ 70% ਦੇ ਕਰੀਬ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ 2-2 ਲੱਖ ਰੁਪਈਆ ਅਸੀਂ ਸਾਰਿਆਂ ਨੂੰ ਦਿੱਤਾ। 5 ਏਕੜ ਤਾਈਂ ਜਿਨ੍ਹਾਂ ਦੀ ਸੀ ਸਾਰਿਆਂ ਨੂੰ ਅਸੀਂ ਪਹੁੰਚਾਇਆ। ਵਾਈ? ਕਿਸ ਲਈ? ਕਿਉਂਕਿ ਔਖੇ ਤਰੀਕੇ ਨਾਲ ਉਹ ਆਪਣੇ ਦਿਨ ਗੁਜ਼ਾਰ ਰਹੇ ਸੀ। ਉਹਨਾਂ ਦੇ ਕੋਲ ਪੈਸਾ ਨਹੀਂ ਸੀ, ਕਰਜ਼ਾ ਬੈਂਕ ਵਗੈਰਾ ਜਾਂ ਜਿਹੜੇ ਵੀ ਹੈ ਇਹਨਾਂ 'ਤੇ ਕਰਜ਼ਾ ਲਿੱਤਾ ਹੋਇਆ ਉਹ ਸਾਰੇ ਇਹਨਾਂ ਦੀ ਬਾਂਹ ਮਰੋੜ ਰਹੇ ਸੀ। ਤਾਂ ਥੋੜ੍ਹੀ ਬਹੁਤੀ ਰਾਹਤ ਅਸੀਂ ਉਹਨਾਂ ਨੂੰ ਦਿੱਤੀ। ਇਹਦਾ ਇੰਡੀਕੇਸ਼ਨ ਕੀ ਹੈ ਕਿ ਇਹਨਾਂ ਦੇ ਕੋਲ ਹੈ ਨਹੀਂ ਕੁਛ। 70% ਤਾਂ 5 ਕਿੱਲੇ ਦੇ ਘੱਟ ਨੇ, ਉਹਦਾ ਅੱਧਾ ਤਕਰੀਬਨ 2 ਕਿੱਲੋ 3 ਕਿੱਲੋ ਜਾਂ 1.5 ਕਿੱਲੇ ਦੇ ਕਰੀਬ ਉਹਨਾਂ ਦਾ ਤਾਂ ਟੋਟਲ ਉਹਨਾਂ ਦੇ ਕੋਲ ਉਹਨਾਂ ਦੀ ਜਾਇਦਾਦ ਹੈ। ਹੁਣ 1.5 ਕਿੱਲੇ ਜਾਂ 2 ਕਿੱਲੇ ਦੇ ਵਿੱਚ ਦੱਸੋ ਮੈਨੂੰ ਕਿਹੜਾ ਆਪਣੇ ਬੱਚਿਆਂ ਨੂੰ ਰੱਖ ਸਕਦਾ ਹੈ, ਆਪਣੇ ਪਰਿਵਾਰ ਨੂੰ ਰੱਖ ਸਕਦਾ ਹੈ, ਰੋਟੀ ਖਵਾ ਸਕਦਾ? ਕੁਛ ਵੀ ਨਹੀਂ। ਐਂਡ ਤੁਸੀਂ ਇਹ ਦੇਖਦੇ ਹੋਏ ਔਰ ਜਾਣਦੇ ਹੋਏ ਫਿਰ ਤੁਸੀਂ ਇੱਕ ਆਰਡੀਨੈਂਸ ਪਾਸ ਕਰੋ, ਫਿਰ ਤੁਸੀਂ ਉਹਨੂੰ ਬਿੱਲ ਲਿਆਓ, ਫਿਰ ਤੁਸੀਂ ਰਾਜ ਸਭਾ ਵਿੱਚ ਡਿਸਕਸ਼ਨ ਵੀ ਨਹੀਂ ਹੋਣ ਦਿੱਤੀ ਔਰ ਫਿਰ ਜਾ ਕੇ ਪਾਸ ਕਰ ਦਿੱਤਾ ਔਰ ਪ੍ਰੈਜ਼ੀਡੈਂਟ ਤੇ ਦਸਤਖਤ ਕਰਵਾ ਦਿੱਤੇ ਔਰ ਐਕਟ ਬਣਾ ਦਿੱਤਾ। ਹੁਣ ਅੱਜ ਰੋਸ ਜਾਗਿਆ ਹੋਇਆ ਪੰਜਾਬ ਜਾਗਿਆ ਹੋਇਆ ਬਿਕੋਜ਼ ਉਹ ਜਾਣਦੇ, ਸਾਰੇ ਜਾਣਦੇ ਅਸੀਂ ਕਿਸ ਤਰੀਕੇ ਦੇ ਹਾਲਾਤ ਨੇ ਉਰੇ। ਲੇਕਿਨ ਇਹ ਨਹੀਂ ਸਿਰਫ ਪੰਜਾਬ 'ਚ, ਜਿੱਥੇ ਕਿਸਾਨ ਨੇ ਔਰ ਤਕਰੀਬਨ 70% ਤਾਂ ਹਿੰਦੁਸਤਾਨ ਕਿਸਾਨੀ ਹੈ। छोटे छोटे गरीब सारे बसते रहे, चाहे छत्तीसगढ़ होए, चाहे मध्य प्रदेश होए, चाहे त्रिपुरा होए, चाहे बिहार होए, चाहे यूपी होए, उत्तराखंड होए, जिथे मर्जी होए, छोटे छोटे किसान ने उन्होंने भी यही जाही इन्हों औख लगी हुई है। इन्हों एक बार पता सी कि अगर असी झोना लाइए या असी कणक लाइए तो साडा इन्ना निकलूगा और साड़ी इन्नी ये ਜਿਹੜੀ ਕੁਝ ਸਾਨੂੰ ਮਿਲੂਗਾ MSP ਦੇ ਵਿੱਚ, ਉਹਦੇ ਨਾਲ ਅਸੀਂ ਆ ਫਲਾਣਾ ਆਪਣੀ ਪਲੈਨਿੰਗ ਕਰ ਲੈਂਦੇ ਸੀ। ਹੁਣ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਕੋਲ ਕੌਣ ਖਰੀਦੂਗਾ। ਸਾਡੀ ਆੜਤੀਆਂ ਦਾ ਜਿਹੜਾ ਇਹਨਾਂ ਦੇ ਨਾਲ ਰਿਸ਼ਤਾ 100 ਸਾਲ ਤੋਂ ਉੱਪਰ ਦਾ ਸੀ। ਮੰਡੀ ਬੋਰਡ ਨੂੰ ਤਾਂ ਹੋਇਆ ਸਿਰਫ 60 ਸਾਲ, ਉਸ ਤੋਂ ਪਹਿਲਾਂ ਤਾਂ ਆੜਤੀਆਂ ਦਾ ਰਿਸ਼ਤਾ ਸੀ। ਜਦ ਰਾਤ ਨੂੰ ਕਿਤੇ ਲੋੜ ਪਵੇ ਜਾ ਕੇ अपने किसी आड़ती उठा के पैसे ले लेंगे से कि मैं हस्पताल जाना है, मेरी बेटी बीमार है या मेरा बेटा बीमार है या कुछ यही जी गल। हुण कित्थे जाणगे? हुण तुसीं आ मंडी सिस्टम APMC एक्ट खत्म करता। एक तो ये कि कित्थे जाणगे साडे लोग अगर उन्होंने लोड़ पवे, कोई कॉर्पोरेट हाउस का खड़का करनगे कि दिओ जी सानू 5,000 रुपए या 4,000 रुपए असीं हस्पताल जाना है। तुसीं उन्हां दे वास्ते होर औख कर दित्ती। जिहड़े मेरी मंडी बोर्ड ਦੇ ਵਿੱਚ 4,000 ਕਰੋੜ ਰੁਪਈਆ ਮੇਰਾ ਆਉਂਦਾ ਸੀ,
ਜਿਹਦੇ ਨਾਲ ਲਿੰਕ ਰੋਡ ਬਣਾਉਂਦੇ ਸੀ, ਲਿੰਕ ਰੋਡ ਦੀ ਮੁਰੰਮਤ ਕਰਦੇ ਸੀ, ਅਸੀਂ ਕਲਵਟ ਬਣਾਉਂਦੇ ਸੀ, ਅਸੀਂ ਪਿੰਡਾਂ ਦੀ ਡਿਵੈਲਪਮੈਂਟ ਕਰਦੇ ਸੀ, ਉਹ ਵੀ ਸਦਮ ਤੁਸੀਂ ਚੱਕਦਾ। AVMC ਐਕਟ ਵੀ कहता कि नहीं हो सकता। ਤੁਸੀਂ ਛੱਡ ਦਿੱਤੀ ਓਪਨ ਟੂ ਦੀ ਕਾਰਪੋਰੇਟ ਵਰਲਡ, ਇਹ ਕਹਿ ਕੇ ਕਿ ਉਹਨਾਂ ਦੀ ਕਿਸਾਨੀ ਜਿੱਥੇ ਮਰਜ਼ੀ ਵੇਚ ਸਕਦੀ ਹੈ। ਵਾਈ ਸ਼ੁੱਡ ਇਟ ਬੀ ਓਨਲੀ ਟੂ FCI? ਉਹ ਭਾਈ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਅੱਜ ਕਿਸਾਨੀ ਸਾਡੀ ਬਾਹਰ ਵੇਚ ਰਹੀ ਹੈ। ਸਾਰਾ ਹੁਸ਼ਿਆਰਪੁਰ ਦਾ ਔਰ ਸਾਰਾ ਸਾਡਾ ਬੋਰ ਦਾ ਸਭ ਕੁਛ ਜਿਹੜਾ ਕਿਨੋਂ ਜਾ ਰਿਹਾ, ਮਦਰਾਸ ਤਾਈਂ ਜਾ ਰਿਹਾ ਤੁਹਾਡਾ। ਜਦੋਂ ਰਾਜਸਥਾਨ ਦੇ ਵਿੱਚ ਕੋਈ ਉੱਥੇ ਖਰੀਦ ਨਹੀਂ ਹੁੰਦੀ ਸੀ, ਆ ਕੇ ਅਬੋਹਰ ਔਰ ਫਾਜ਼ਿਲਕਾ ਦੇ ਵਿੱਚ ਵੇਚਦੇ ਸੀ। ਹਰਿਆਣੇ ਵਾਲੇ ਜਿਹੜੇ ਕੈਥਲ ਵਗੈਰਾ ਦੇ ਸੀ, ਗੋਲਾ ਤੇ ਚੀਕਾ ਏਰੀਆ 'ਚ ਜਿਹੜੇ ਨਹੀਂ ਵਿਕ ਰਿਹਾ ਸੀ, ਉੱਥੇ ਜਾ ਕੇ ਆ ਕੇ ਪਟਿਆਲੇ ਦੀ ਮੰਡੀ ਦੇ ਵਿੱਚ ਵਿਕਦਾ ਸੀ। ਕੌਣ ਰੋਕ ਰਿਹਾ ਸੀ ਕਿਸੇ ਨੂੰ? ਜਿੱਥੇ ਮਰਜ਼ੀ ਜਾਣ, ਜਿੱਥੇ ਮਰਜ਼ੀ ਆਉਣ, ਕੋਈ ਰੁਕਾਵਟ ਨਹੀਂ ਸੀ। ਪਿਛਲੇ ਸਾਲ ਇੱਥੇ ਕੋਈ ਗੜਬੜ ਹੋਈ ਸੀ ਥੋੜ੍ਹੀ ਬਹੁਤੀ, ਲੋਕਾਂ ਨੇ ਜਾ ਕੇ ਆਪਣੀ ਇੱਥੇ ਨਾਲ ਦੀ ਮੰਡੀ ਅੰਬਾੜੇ ਦੇ ਵਿੱਚ ਵੇਚੀ ਸੀ ਪਟਿਆਲੇ ਤੋਂ। ਸੋ ਇਹ ਗੱਲਾਂ ਕਹਿਣੀਆਂ, ਦਿਸ ਇਜ਼ ਐਨ ਆਈਡੀਆ ਕਿ ਇਹਨਾਂ ਨੂੰ ਔਨ ਐਗਰੀਕਲਚਰ ਕੋਈ ਸਮਝ ਨਹੀਂ ਹੈ। ਦਿਸ ਗਵਰਨਮੈਂਟ ਡਜ਼ਨਟ ਨੋ ਐਨੀਥਿੰਗ, ਕੁਛ ਨਹੀਂ ਇਹਨਾਂ ਨੂੰ ਪਤਾ। ਜੋ ਮਰਜ਼ੀ ਤੁਸੀਂ ਕਰੀ ਚੱਲੋ, ਕਿਉਂਕਿ ਤੁਸੀਂ ਤੁਹਾਨੂੰ ਕੀਤਾ ਕੋਆਪਰੇਟ ਹਾਊਸਿਸ ਨੂੰ ਤੁਸੀਂ ਮਦਦ ਕਰਨਾ ਚਾਹੁੰਦੇ ਹੋ। ਕਿਸੇ ਨੇ ਰੁਕਾਵਟ ਕੀਤੀ ਹੈ ਕੋਆਪਰੇਟ ਹਾਊਸ ਨੂੰ ਆਉਣ ਦੀ? ਕਿੰਨੇ ਸਾਲਾਂ ਤੋਂ ਚੰਨੋ ਪਲਾਂਟ ਚੱਲ ਰਹੀ ਹੈ ਪੈਪਸੀ ਕੋਲਾ ਦੀ, ਜਿਹੜੇ ਸਨੈਕ ਫੂਡ ਬਣਾਉਂਦੇ ਨੇ, ਆਲੂ ਵਗੈਰਾ ਖਰੀਦ ਰਹੇ ਨੇ, ਸਬਜ਼ੀਆਂ ਖਰੀਦ ਰਹੇ ਨੇ। 2 ਸਾਲ ਪਹਿਲਾਂ ਮੈਂ ITC ਦੀ ਪਲਾਂਟ ਮੋਗੇ ਦੇ ਵਿੱਚ ਖੋਲੀ ਹੈ, ਜਿਹਦੇ ਵਿੱਚ ਸਬਜ਼ੀਆਂ ਸੁਬਜ਼ੀਆਂ ਜਾਂਦੀਆਂ ਨੇ। ਉਹਦੇ ਪਲਾਂਟ ਵਿੱਚ ਕਿਸੇ ਨੇ ਰੋਕਿਆ ਉਹਨਾਂ ਨੂੰ ਆਉਣ ਨੂੰ? ਬਟ ਵਾਈ ਆਰ ਯੂ ਲਿੰਕਿੰਗ ਇਟ ਸਿਰਫ ਟੂ ਕੋਆਪਰੇਟ ਹਾਊਸਿਸ? ਕਿਉਂ ਤੁਸੀਂ ਦੋਨੋਂ ਨੂੰ ਕਿਉਂ ਨਹੀਂ ਚੱਲਣ ਦਿੰਦੇ ਸੀ? ਜਿਹਨੇ ਆਉਣਾ ਸੀ ਆਉਂਦੇ, ਔਰ ਦੂਜੇ ਪਾਸੇ FCI ਚੱਲਦੀ ਆਪਣਾ ਜਿਸ ਤਰੀਕੇ ਨਾਲ ਕਰ ਰਹੀ ਹੈ ਸਾਰਾ ਕੁਛ ਪੰਜਾਬ ਦੇ ਵਿੱਚ, ਹਰਿਆਣੇ ਵਿੱਚ, ਹੋਰ ਜਗ੍ਹਾ ਦੇ ਵਿੱਚ ਕਰਦੇ। ਲੇਕਿਨ ਆਹ ਰੋਕ ਕੇ ਹੁਣ ਤੁਸੀਂ ਇੱਕ ਗਰੀਬ ਵਾਸਤੇ ਦੇਖੋ, ਵੱਡਾ ਬੰਦਾ ਤਾਂ ਫਿਰ ਵੀ ਆਪਣਾ ਕੋਈ ਪ੍ਰਬੰਧ ਕਰ ਲੂਗਾ, ਕੋਈ ਨਾ ਕੋਈ ਚੀਜ਼ ਉਹਨਾਂ ਨੇ ਕੋਈ ਕਰ ਲੈਣੀ ਨਹੀਂ ਹੱਲ। ਜਿਹਦੇ ਕੋਲ ਕਿੱਲੇ ਹੈ, 1.5 ਕਿੱਲਾ ਹੈ, 2 ਕਿੱਲੇ ਆ, ਉਹ ਕਿੱਥੇ ਜਾਊਗਾ? ਵਿਚ ਇਜ਼ ਆਈ ਥਿੰਕ ਅਨਫੋਰਚੂਨੇਟ ਥਿੰਗ। ਇਸ ਨੂੰ ਅਸੀਂ ਹੁਣ ਦੇਖ ਰਹੇ ਹਾਂ, ਹਾਊ ਡੂ ਵੀ ਮੀਟ ਵਿਦ ਦਿਸ, ਕਿਸ ਤਰੀਕੇ ਨਾਲ ਇਸ ਦਾ ਚੈਲੰਜ ਕਰਾਂਗੇ, ਕਿੱਥੇ ਕਰਾਂਗੇ, ਕੈਸੇ ਕਰਾਂਗੇ, ਕਿਹੜੇ ਇਸ਼ੂਜ਼ ਲੈ ਕੇ ਚੱਲਾਂਗੇ ਅਸੀਂ, ਬਟ ਕਰਾਂਗੇ ਜ਼ਰੂਰ। ਇੱਕ ਮੈਂ ਤੁਹਾਨੂੰ ਇਹ ਦੱਸ ਦਿੰਦਾ, ਅਸੀਂ ਕਿਸਾਨੀ ਨੂੰ ਇੱਥੇ ਰੋਲਣ ਨਹੀਂ ਦੇਣਾ। ਸਾਡਾ ਟੋਟਲ ਅਨਗ੍ਰੇਟਫੁਲ ਪਾਰਟੀ ਹੈ ਜਿਸਨੇ ਇਹ ਅੱਜ ਕਰਤੀ ਹੈ। ਇਹ ਭੁੱਲ ਗਏ ਨੇ ਕਿ 1966 ਵਿੱਚ ਗ੍ਰੀਨ ਰੈਵੋਲਿਊਸ਼ਨ ਆਇਆ ਸੀ। ਕਿਉਂ ਆਇਆ ਸੀ ਗ੍ਰੀਨ ਰੈਵੋਲਿਊਸ਼ਨ? ਕਿਉਂਕਿ ਉਸ ਤੋਂ ਪਹਿਲਾਂ ਇੱਕ ਅਮਰੀਕਾ PL 480 ਫੰਡ ਸੀ, ਔਰ ਅਮਰੀਕਾ ਦੇ ਕੋਲ ਅਸੀਂ ਝੋਲੀ ਅੱਡ ਕੇ ਜਾਂਦੇ ਸੀ ਹਰ ਵੇਲੇ ਕਣਕ ਲੈਣ ਨੂੰ ਜਾਂ ਜੋ ਕੁਝ ਖਾਣ, ਆਪਣੇ ਬੱਚਿਆਂ ਨੂੰ, ਆਪਣੇ ਲੋਕਾਂ ਨੂੰ ਖਵਾਉਣ ਵਾਸਤੇ PL 480 ਦੇ ਰਾਹੀਂ। ਔਰ ਅਮਰੀਕਨ ਪੈਸੇ ਉਰੇ ਇਕੱਠੇ ਕਰਕੇ ਜਿੱਥੇ ਵਰਤਦੇ ਸੀ, ਆਪਣੀ ਸਿਆਸਤ ਉਰੇ ਖੇਲਦੇ ਸੀ। ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਮੈਨੂੰ ਯਾਦ ਹੈ ਡਾਕਟਰ ਖੇਮ ਸਿੰਘ ਗਿੱਲ ਸੀ ਉਦੋਂ ਡਿਵੈਲਪਰ, ਮੇਨ ਡਿਵੈਲਪਰ ਵੀਟ 'ਚ। ਉਹਨਾਂ ਨੇ ਮੈਕਸੀਕੋ ਤੋਂ ਕਣਕ ਲਿਆਏ, ਮੈਨੂੰ ਇਹ ਵੀ ਯਾਦ ਨੇ। ਔਰ ਉਹ ਦਿਨ ਉਹਨਾਂ ਦੇ ਨਾਮ ਕੀ ਸੀ? PV 18 ਸੀ, ਲਾਲ ਕਣਕ ਸੀ, ਨਰਮਾ ਰੋਜੋ ਸੀ, ਯਾਦ ਹੈ ਤੁਹਾਨੂੰ ਉਹ ਦਿਨ? ਫਿਰ ਤੁਹਾਡੇ ਕੋਲ ਫਿਲੀਪੀਨਸ ਤੋਂ ਲੈ ਕੇ ਚੌਲ ਆਏ, IR 8 ਸੀ, ਯਾਦ ਹੈ, ਮੋਟੀ ਚੌਲ। ਉੱਥੋਂ ਡਿਵੈਲਪਮੈਂਟ ਸ਼ੁਰੂ ਹੋਈ। ਐਂਡ ਫਰਮ 1966 till ਨਾਓ ਸਾਰੇ ਹਿੰਦੁਸਤਾਨ ਨੇ ਨੂੰ ਪੰਜਾਬ ਨੇ ਰੋਟੀ ਖਵਾਈ ਹੈ। ਅੱਜ ਵੀ ਸਾਡੇ ਗੋਡਾਊਨ ਭਰੇ ਸੀ। ਮੈਨੂੰ ਲਿਖਣਾ ਪਿਆ ਮਿਨਿਸਟਰੀ ਆਫ ਫੂਡ ਨੂੰ ਕਿ ਰੱਬ ਦੇ ਵਾਸਤੇ ਮੇਰੇ ਗੋਡਾਊਨ ਖਾਲੀ ਕਰੋ, ਕਿਉਂਕਿ ਨਵੀਂ ਫਸਲ ਆ ਰਹੀ ਹੈ, ਮੈਂ ਰੱਖੂੰਗਾ ਕਿੱਥੇ? ਔਰ ਫਿਰ ਸਾਨੂੰ ਸੜਕਾਂ 'ਤੇ ਬੋਰੀਆਂ ਤਰਪਾਲਾਂ ਨਾਲ ਰੱਖਣੇ ਪਏ ਜਦ ਤੱਕ ਗਵਰਨਮੈਂਟ ਨੇ ਚੱਕੀ ਨਹੀਂ, ਗਵਰਨਮੈਂਟ ਆਫ ਇੰਡੀਆ ਨੇ। ਔਰ ਇਹ ਤਾਂ ਕੋਵਿਡ ਆ ਗਈ, ਉਹਨਾਂ ਨੂੰ ਰੋਟੀ ਦੀ ਲੋੜ ਪਈ ਕਣਕ ਦੀ ਔਰ ਝੋਨੇ ਦੀ, ਔਰ ਉਹ ਝੋਨਾ ਰੋਟੀ ਚੱਕ ਕੇ ਉਹਨਾਂ ਨੇ ਬਾਕੀ ਟ੍ਰੇਨਾਂ ਲੋਡ ਕਰਕੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਭੇਜੀਆਂ ਨੇ। ਉਹ ਤਾਂ ਪੰਜਾਬ ਨੇ ਫੇਰ ਬਚਾਇਆ ਨਾ ਸਾਨੂੰ। ਤਾਂ ਕਿਉਂ ਸਾਡੇ ਪੰਜਾਬੀਆਂ ਨਾਲ ਤੁਸੀਂ ਇਹ ਕਰ ਰਹੇ ਹੋ? ਕਿਉਂ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਕਰ ਰਹੇ ਹੋ? ਪੰਜਾਬੀ ਨਹੀਂ, ਸਾਰੇ ਕਿਸਾਨਾਂ ਨਾਲ। ਜਿਹੜਾ ਤੁਹਾਨੂੰ ਮਿਹਨਤ ਕਰਦਾ ਹੈ, ਜਿਹੜੀ ਔਖੀ ਘੜੀ 'ਚ ਘੁੰਮਦਾ ਹੈ, ਜਿਹੜੀ ਗਰਮੀ 'ਚ ਤੱਤੇ ਥਾਂ ਧਰਤੀ 'ਤੇ ਉੱਪਰ ਚੱਲਦਾ ਹੈ ਜਾਂ ਠੰਡ ਦੇ ਵਿੱਚ ਜਾਂਦਾ ਹੈ, ਉਹਨਾਂ ਨੂੰ ਤੁਸੀਂ ਬਿਲਕੁਲ ਰੋਲ ਰਹੇ ਹੋ। ਫਿਰ ਕਿਆ ਤੁਹਾਨੂੰ ਲਾਭ ਹੋਈ ਦੱਸੋ ਮੈਨੂੰ? ਸਿਰਫ ਇਸ ਲਈ ਕਿ ਤੁਸੀਂ ਅਡਾਨੀ ਨੂੰ ਖੁਸ਼ ਕਰਨਾ ਹੈ ਜਾਂ ਅਡਾਨੀ ਵਰਗੇ 10 ਹੋਰ ਹੋਣਗੇ ਖੁਸ਼ ਕਰਨਾ ਹੈ? ਮਾਰਦੇ ਹੋ ਤੁਸੀਂ ਗਰੀਬਾਂ ਨੂੰ। ਕਿਆ ਹੈ? ਵਾਟ ਇਜ਼ ਦਿਸ ਨੌਨਸੈਂਸ? ਮੈਨੂੰ ਬੜਾ ਅਫਸੋਸ ਹੈ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹ ਲੜਾਈ ਨੂੰ ਅਸੀਂ ਲਵਾਂਗੇ
ਇਹਨੂੰ ਅਸੀਂ ਵੀ ਵਿਲ ਡੂ ਸਮ ਵਾਟਐਵਰ ਸਾਡੇ ਤਾਕਤ ਹੈ, ਸਾਡੇ ਤਾਕਤ ਦੇ ਵਿੱਚ, ਐਂਡ ਵਾਟਐਵਰ ਕਨਸਟੀਟਿਊਸ਼ਨਲੀ ਐਂਡ ਲੀਗਲੀ ਅਸੀਂ ਅਲਾਉਡ ਹੈ। ਅਸੀਂ ਕਾਨੂੰਨੀ ਅਵਸਥਾ ਤੋਂ ਬਾਹਰ ਨਹੀਂ ਜਾਵਾਂਗੇ। ਕਾਨੂੰਨੀ ਦਾਇਰੇ ਦੇ ਵਿੱਚ ਰਹਿੰਦੇ ਹੋਏ ਇਹਦੇ ਅਸੀਂ ਸਾਹਮਣਾ ਕਰਾਂਗੇ। ਐਂਡ ਦੇयर ਹੈਜ਼ ਟੂ ਬੀ ਅ ਥਿੰਗ, ਬਿਕੋਜ਼ ਆਈ ਟੈਲ ਯੂ ਸਮਥਿੰਗ, ਇਹ ਸਿਰਫ ਇਹੀ ਨਹੀਂ ਕਿ ਕਿਸਾਨੀ ਰੁਲੂਗੀ, ਇਹਦੇ ਵਿੱਚ ਗਰੀਬਾਂ ਵੀ ਗਰੀਬ ਵੀ ਰੁਲਣਗੇ। ਵਾਟ ਅਬਾਊਟ ਦ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ? ਕੀ ਹੁੰਦਾ ਸੀ ਉੱਥੇ? ਤੁਸੀਂ FCI ਲੈਂਦੀ ਸੀ ਤੁਹਾਡੀ ਕਣਕ, ਗਵਰਨਮੈਂਟ ਆਫ ਇੰਡੀਆ ਦੇ ਬਿਹਾਫ ਤੇ ਲੈਂਦੀ ਸੀ, ਔਰ ਗਵਰਨਮੈਂਟ ਆਫ ਇੰਡੀਆ ਉਸ ਨੂੰ ਸਬਸਿਡਾਈਜ਼ ਕਰਕੇ ਗਰੀਬਾਂ ਨੂੰ ਦਿੰਦੀ ਸੀ ਇਨ ਉੱਥੇ ਖਾਣ ਵਾਸਤੇ। ਹੁਣ ਤੁਸੀਂ ਕਿੱਥੋਂ ਲਾਓਗੇ? ਮਿਸਟਰ ਅਡਾਨੀ ਕੋਈ ਸਬਸਿਡਾਈਜ਼ ਕਰੂਗਾ? where will that subsidize be? where will how will ਜਿਹੜਾ ਗਰੀਬਾਂ ਨੂੰ ਤੁਸੀਂ ਦਿੰਦੇ ਸੀ ਕਿੱਥੋਂ ਦਿਓਗੇ ਤੁਸੀਂ? ਇਹ ਵੀ ਨਹੀਂ ਸੋਚਦੇ। ਤੁਹਾਨੂੰ ਫਿਰ ਜਾਂ ਤਾਂ ਦੋ ਕੰਮ ਕਰਨੇ ਪੈਣਗੇ, ਜਾਂ ਤਾਂ ਤੁਸੀਂ ਅਡਵਾਨੀ ਨੂੰ ਕਹੋ ਜਿਹੜਾ ਕਹੂਗਾ ਮੈਂ ਤਾਂ ਕਰ ਨਹੀਂ ਸਕਦਾ, ਜਾਂ ਉਹਨਾਂ ਨੂੰ ਕਹੋ ਉਹ ਤੋਂ ਤੁਸੀਂ ਖਰੀਦੋ, ਤੁਸੀਂ ਆਪ ਖਰੀਦੋ ਔਰ ਫਿਰ ਵੰਡੋ। ਵਾਟ ਇਜ਼ ਦ ਲੌਜਿਕ ਸਮਝਾਓ ਮੈਨੂੰ ਕੋਈ। ਮੇਰੇ ਕੋਲ ਇਸ ਵੇਲੇ ਮੇਰੀ GST ਤੁਸੀਂ ਮਾਰਤੀ, ਮਾਰਚ ਤੋਂ ਬਾਅਦ ਮੇਰੇ ਕੋਲ ਕੋਈ ਆਈ ਹੈਵ ਨੋ ਮਨੀ। ਅੱਜ ਆਈ ਐਮ ਡਿਊ ਨੀਅਰਲੀ 8,000 7,000 8,000 ਕਰੋੜ ਮੇਰੇ ਕੋਲ ਤੁਸੀਂ ਦੇ ਨਹੀਂ ਰਹੇ। ਫਿਰ ਤੁਸੀਂ ਹੁਣ ਸਾਡਾ ਜਿਹੜਾ ਮੰਡੀ ਬੋਰਡ ਦੇ 4,000 ਕਰੋੜ ਤੁਸੀਂ ਮਾਰਤੇ, ਉਹ ਡਿਵੈਲਪਮੈਂਟ ਆਫ ਰੂਰਲ ਏਰੀਆ ਨਹੀਂ ਹੋਣੀ ਸਾਡੇ ਕੋਲ। ਹੋਰ ਹਾਊ ਕੈਨ ਪੰਜਾਬ ਫਿਰ ਚੱਲੂਗਾ ਕੈਸੇ? ਫਿਰ ਇਹ ਜਿਹੜੇ ਸਾਡੇ ਕੋਲ ਅਧਿਕਾਰ ਸੀ ਸਟੇਟਸ ਕੋਲ, ਚਾਹੇ ਉੱਤਰਾਖੰਡ ਕੋਲ, ਚਾਹੇ ਪੰਜਾਬ ਕੋਲ, ਚਾਹੇ ਹਰਿਆਣਾ ਕੋਲ, ਚਾਹੇ ਹਿਮਾਚਲ ਕੋਲ, what powers are left with the states? ਸਾਡੇ ਕੋਲ ਕੀ ਤਾਕਤ, ਸਾਡੇ ਕੋਲ ਫਾਈਨੈਂਸ਼ੀਅਲ ਜਿਹੜੇ ਸਾਡੇ ਆਪਣੇ ਲਾਇਬਿਲਿਟੀਜ਼ ਪੂਰੀ ਕਰਨ ਵਾਸਤੇ ਇਨਕਮ ਕਿਆ ਹੈ ਸਾਡੇ ਕੋਲ? ਵੀ ਹੈਵ ਨੋ ਇਨਕਮ। ਹਾਊ ਡੂ ਵੀ ਰਨ? ਤੁਸੀਂ ਕਨਸਟੀਟਿਊਸ਼ਨਲ ਦੇ ਵਿੱਚ ਗਾਰੰਟੀ ਦਿੱਤੀ ਸੀ ਕਿ GST ਵਿਲ ਬੀ ਪੇਡ ਔਨ ਟਾਈਮ। ਕਨਸਟੀਟਿਊਸ਼ਨਲ ਗਾਰੰਟੀ ਨਹੀਂ। ਹੁਣ ਕਹਿੰਦੇ ਮੇਰੀ ਗੱਲ ਨਹੀਂ ਮੰਨਦੇ। ਮੈਂ ਕਹਿੰਦਾ ਕਿ ਦੇयर ਵਿਲ ਬੀ, ਅਸੀਂ ਤੁਹਾਡੀ MSP ਰੱਖਾਂਗੇ। ਬਈ ਜਦ ਤੁਸੀਂ ਕਨਸਟੀਟਿਊਸ਼ਨਲ ਗਾਰੰਟੀਆਂ ਤੋੜਤੀਆਂ ਤਾਂ ਤੁਹਾਡੀ ਕਹਿਣ ਦਾ ਕੀ ਮਤਲਬ ਹੈ? ਹੂ ਇਜ਼ ਗੋਇੰਗ ਟੂ ਲਿਸਨ ਟੂ ਯੋਰ ਸੇਇੰਗ ਐਨੀਥਿੰਗ? ਔਰ ਅਗਰ ਤੁਸੀਂ ਸੱਚੇ ਤੌਰ ਤੇ ਕਰਨਾ ਚਾਹੁੰਦੇ ਸੀ, ਤੁਸੀਂ MSP ਦੀ ਗਾਰੰਟੀ ਔਰ ਖਰੀਦ ਬਿੱਲ ਦੇ ਵਿੱਚ ਕਿਉਂ ਨਹੀਂ ਪਾਈ? ਐਕਟ ਦੇ ਵਿੱਚ ਕਿਉਂ ਨਹੀਂ ਆਈ? ਅੱਜ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਵਾਂਗੇ, ਸ਼ਾਇਦ ਦੇ ਦੇਣ, ਹੁਣ ਦੇ ਦੇਣਗੇ ਕਿਉਂਕਿ ਹੁਣ ਇਹਨਾਂ ਰੌਲਾ ਪੈ ਰਿਹਾ। ਸ਼ਾਇਦ ਕਣਕ ਵੀ ਦੇ ਚੱਕ ਲੈਣ ਸਾਡੀ। ਉਸ ਤੋਂ ਬਾਅਦ ਕਿਆ? ਕਾਨੂੰਨ ਤਾਂ ਤੁਸੀਂ ਬਣਾ ਦਿੱਤਾ, ਐਵਰੀ ਸਟੇਟ ਉੱਠ ਕੇ ਕਹੇਗੀ ਕਿ ਨਹੀਂ ਜੀ ਅਸੀਂ ਕੁਝ ਨਹੀਂ ਕਰ ਸਕਦੇ, ਦਿਸ ਇਜ਼ ਅ ਸਟੇਟ ਸਬਜੈਕਟ, ਸੈਂਟਰਲ ਸਬਜੈਕਟ ਨਾਓ, ਪਾਰਲੀਮੈਂਟਰੀ ਐਕਟ ਹੈ। ਸੋ ਇਟ ਇਜ਼ ਗੋਇੰਗ ਟੂ ਬੀ ਇਹ ਪੰਜਾਬ ਵਾਸਤੇ, ਇਹ ਕਿਸਾਨੀ ਵਾਸਤੇ ਇੱਕ ਬਹੁਤ ਕਾਲਾ ਦਿਨ ਹੈ। ਐਂਡ ਇਹ ਜਿਹੜੇ ਅਕਾਲੀ ਬੋਲੀ ਜਾਂਦੇ ਨੇ ਉਹੀ, ਹੁਣ ਕੱਲ੍ਹ ਮੈਂ ਸੁਣ ਰਿਹਾ ਸੀ ਇਹਨਾਂ ਨੂੰ ਬੋਲਦੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ। ਜੇ ਤੁਸੀਂ ਸਵਾਹ ਕਰਨਾ ਤੁਸੀਂ ਤੁਹਾਨੂੰ ਕੁਝ ਆਉਣਾ ਤਾਂ ਹੈ ਨਹੀਂ। ਪਹਿਲੇ ਦਿਨ ਤੋਂ ਤੁਸੀਂ ਜਿੱਦੇ ਨੇ ਆਰਡੀਨੈਂਸ ਆਈ ਸੀ, ਵਾਈ ਡਿਡ दैट ਲੇਡੀ ਸਿਟ देयर, ਹਰਸਿਮਰਤ ਕੌਰ? ਦੇਖੋ, ਅਗਰ ਮੈਂ ਆਰਡੀਨੈਂਸ ਲਿਆਉਣਾ ਚਾਹੁੰਦਾ ਹੈ, it has to be approved by the council of ministers, cabinet. Similarly, ਜਦੋਂ ਸੈਂਟਰਲ ਗਵਰਨਮੈਂਟ ਦੇ ਵਿੱਚ ਕੋਈ ਆਰਡੀਨੈਂਸ ਆਉਣਾ ਹੈ, the council of ministers has to give its approval. ਇਹ ਬੈਠੀ ਸੀ ਉੱਥੇ, ਕਿਉਂ ਦਿੱਤੀ ਅਪਰੂਵਲ? ਕਿਉਂ ਨਹੀਂ ਉੱਠ ਕੇ ਕਿਹਾ ਕਿ ਆਈ ਡਿਸਐਗਰੀ? ਉਹ ਦਿਨ ਅਸਤੀਫਾ ਕਿਉਂ ਨਹੀਂ ਦਿੱਤਾ ਕਿ ਅਗਰ ਤੁਸੀਂ ਇਨਸਿਸਟ ਕਰਦੇ ਹੋ ਤਾਂ ਆਈ ਵਿਲ ਰਿਜ਼ਾਈਨ? ਕੁਛ ਨਹੀਂ, ਸ਼ੌਕ ਨਾਲ, ਐਵਰੀਥਿੰਗ ਇਜ਼ ਓਕੇ। ਜਿਸ ਦਿਨ ਮੈਂ ਆਲ ਪਾਰਟੀ ਮੀਟਿੰਗ ਸੱਦੀ ਸੀ ਉਰੇ, ਅਕਾਲੀ ਦਲ ਨੇ ਕਿਉਂ ਅਪੋਜ਼ ਕੀਤਾ? ਇੱਥੇ ਬੈਠੇ ਤੇ ਪੰਜਾਬ ਭਵਨ ਦੇ ਵਿੱਚ, ਇੱਥੇ ਸੁਖਬੀਰ ਬਾਦਲ ਸਾਰੇ ਬੈਠੇ ਤੇ ਕਿਉਂ ਅਪੋਜ਼ ਕੀਤਾ ਤੁਸੀਂ? ਯੂ ਨੋ, ਪੁਆਇੰਟ ਇਜ਼ ਕਿ ਇਹ ਹੁਣ ਇੱਕ ਗੇੜਾ ਮਾਰਨਾ ਚਾਹੁੰਦੇ ਨੇ, ਪਰ ਇਹ ਫਸ ਗਏ ਇਸ ਕੰਮ 'ਚ। ਐਂਡ ਨੋਬਡੀ ਵਿਲ ਟਰਸਟ them, ਨੋਬਡੀ, ਇਹਨਾਂ ਨੂੰ ਕਿਸੇ ਨੇ ਭਰੋਸਾ ਨਹੀਂ ਇਹਨਾਂ 'ਤੇ ਕਰਨਾ। ਜਦ ਤੁਸੀਂ ਗਰੀਬ ਕਿਸਾਨੀ ਨਾਲ ਜਿਹੜੀ ਕਹਿੰਦੇ ਆਏ ਹੋ, ਮੈਂ ਤਾਂ ਇੰਨੇ ਸਾਲਾਂ ਤੋਂ ਸੁਣ ਰਿਹਾ ਕਿ ਸਾਡੀ ਤਾਂ ਅਸੀਂ ਜੀ ਕਿਸਾਨ ਸਾਡੇ ਨੇ, ਅਸੀਂ ਕਿਸਾਨਾਂ ਦੇ ਹੈ, ਕਿਸਾਨ ਦਾ ਕੀ ਹੋਊਗਾ, ਕਿਸਾਨ ਦਾ ਉਹ ਹੋਊਗਾ, ਅਸੀਂ ਇਹ ਫਲਾਣੀ ਗੱਲ ਕਰਾਂਗੇ। ਆਹ ਦੇਖ ਲਿਆ ਤੁਸੀਂ ਇਹਨਾਂ ਦਾ ਕਿਸਾਨਾਂ ਦਾ ਕਿਆ ਹੈ। ਸਿਰਫ ਪੋਲੀਟੀਕਲ ਪਾਵਰ ਚਾਹੁੰਦੇ ਨੇ ਕਿ NDA ਗਵਰਨਮੈਂਟ ਦੇ ਨਾਲ ਰਹੀ ਹੈ ਔਰ ਸ਼ਾਇਦ ਸਾਡੀ ਇੱਥੇ ਬਣ ਜਾਏ। ਹੁਣ ਬਦਲੇ ਕਿਉਂ? ਕਿਉਂਕਿ ਇਹਨਾਂ ਦੀ ਪਾਰਟੀ ਦੇ ਅੰਦਰੂਨੀ ਰਿਬੇਲੀਅਨ ਹੋ ਗਈ। ਇਹਨਾਂ ਦੇ ਕੋਰ ਕਮੇਟੀ ਦੀ ਮੀਟਿੰਗ ਨਹੀਂ ਸੀ ਕੱਲ੍ਹ? ਕੀ ਕਿਹਾ ਸੀ? ਸਾਰਿਆਂ ਨੇ ਕਿਹਾ ਸੀਗਾ ਜੇ ਮਰ ਜਾਓਗੇ ਤੁਸੀਂ ਅਗਰ ਇਹ ਗੱਲ ਤੇ ਤੁਸੀਂ ਪਿੱਛੇ ਨਹੀਂ ਹਟੇ, ਹਟਣਾ ਪਿਆ। ਔਰ ਹੁਣ ਕਹਿੰਦੀ ਹੈ ਮੈਂ ਕੁਰਬਾਨੀ ਦਿੱਤੀ ਹੈ।
ਆ ਕਹਿੰਦੀ ਹੈ ਉਹ ਕੀ ਕਹਿੰਦਾ ਸੁਖਬੀਰ ਬਾਦਲ ਐਟਮ ਬੰਬ ਚਲਾਤਾ, ਪਤਾ ਨਹੀਂ ਕੀ ਚਲਾਤਾ ਸੀ, ਐਟਮ ਬੰਬ ਚਲਾਤਾ। ਉਹ ਜਿਹੜੇ ਪਟਾਕੇ ਜਿਹੇ ਹੁੰਦੇ ਨੇ ਨਾ ਦੀਵਾਲੀ ਦੇ, ਉਹ ਵੀ ਨਹੀਂ ਸਹੁਰਾ ਚੱਲਿਆ। ਦਿਸ ਇਜ਼ ਦੀ ਟ੍ਰੈਜੇਡੀ ਫॉर ਦੀਜ਼ ਥਿੰਗਸ। ਅਸੀਂ ਇਹ ਦੇਖਦੇ ਹਾਂ, ਅਸੀਂ ਆਲ ਸਿਆਸਤ ਵਾਸਤੇ ਕੁਛ ਨਹੀਂ ਇਹਨਾਂ ਦੇ ਨਾਲ ਕਿਸੇ ਨੇ ਤੁਰਨਾ, ਸਾਰੇ ਇਹਨਾਂ ਨੂੰ ਪਛਾਣ ਗਏ ਨੇ। ਔਰ ਇਹ ਅਗਰ ਆਪਣੇ ਆਪ ਨੂੰ ਪਛਾਣ ਲੈਣ ਤਾਂ ਹੁਣ ਬੰਦੇ ਬਣਨ ਐਂਡ ਪੰਜਾਬ ਦੇ ਨਾਲ ਖੜਨ, ਕਿਸਾਨੀ ਨਾਲ ਖੜੇ ਨੇ। ਡਰਾਮੇ ਡਰੂਮੇ ਨਾ ਕਰਨ ਇੱਥੇ ਟੈਲੀਵਿਜ਼ਨ ਤੇ ਕਹਿ ਦੇਣ ਜਾਂ ਕੁਛ ਬਿਆਨ ਦੇ ਦੇਣ, ਐਕਚੁਅਲੀ ਕਰਨ। ਮੈਂ ਤਾਂ ਇਹ ਵੀ ਗੱਲ ਕਹੀ ਹੈ ਕਿ ਆਲ ਪਾਰਟੀ ਸ਼ੁੱਡ ਨਾਓ ਪੁੱਟ ਦ ਪਾਰਟੀਜ਼ ਅਸਾਈਡ ਔਰ ਸਾਰੇ ਆਪਾਂ ਇਕੱਠੇ ਹੋ ਕੇ ਆਪਣੇ ਕਿਸਾਨਾਂ ਦੇ ਨਾਲ ਖੜੀਏ। ਸਿਆਸਤ ਗੱਲ ਹੈ, ਸਿਆਸਤ ਦਾ ਟਾਈਮ ਹੁੰਦਾ, ਸਿਆਸਤ ਦਾ ਟਾਈਮ, ਜੰਗ ਦਾ ਟਾਈਮ ਹੁੰਦਾ, ਜੰਗ ਦਾ ਟਾਈਮ। ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਹਾਂ। ਵਿੰਸਟਨ ਚਰਚਲ ਔਰ ਉੱਥੇ ਡਿਊਰਿੰਗ ਦ ਟਾਈਮ ਦੈਟ ਵਾਜ਼ what was the prime minister there, the labour Attlee and Winston Churchill सब तो बड़े दुश्मन थे। जिस दिन लड़ाई शुरू होगी एटली became his deputy prime minister। सब दोनों पार्टियां इकट्ठियां चल पियां। That is the way it should be। They should think now a सियासत सूसत बंद करन। Let us together get together and fight this menace of this government of India जिन्हां ने इत्थे साडा बिल्कुल बेड़ा कर साडी किसानी दा खत्म कर। मैं तुहानूं दस दिना असीं एक बॉर्डर स्टेट है। ये बॉर्डर स्टेट दे विच और तुहानूं सारे आंकड़े मैं दिंदा रहा पिछले 3 सालों तो वी हैव नीयरली 140-150 के करीब तो बंदे असीं ये फड़ लए जिहड़े इन्हां नूं हथियार दिंदे सी पाकिस्तान वाले। 600 के करीब हथियार असीं फड़े ने, ग्रेनेड फड़े ने, IEDs फड़े ने, पिस्टल्स एंड वटएवर एल्स एमिनेशन वगैरह सब कुछ फड़े ने। कई इन्हां दे विच जिन्हां ने हथियार नहीं अपने रखे उन्हां दे नाल मुकाबला भी होया है और उत्थे मरे भी ने जिहड़े पाकिस्तान तो इत्थों आए ने। एंड जदों रोस जागदा है ना, उस रोस दे विच लोग कदे कदे गलत कदम चक लैंदे ने। मैं नहीं चाहुंदा कि वो रोस जागे और मैं नहीं चाहुंदा कि कोई हथियार इत्थे उठन। ये लड़ाई आपां नूं लोकराजिक ढंग नाल लड़नी पएगी, कानूनी ढंग नाल लड़नी पऊगी और आपां नूं कॉन्स्टिट्यूशनली लड़नी पऊगी। और वाहिगुरू करे ये जिस तरीके नाल रोस इत्थे जागया है सारे किते हिंदुस्तान जागया। नहीं कर सकते लोग। हुण हरियाणे वाले थोड़ा ख्याल हुण वो औखे नहीं की करन। खट्टर उन्हां दा चीफ मिनिस्टर है, बीजेपी का बंदा है, क्या करें। पर जिस दिन उत्थे कोई इत्थे लोग मूव करनगे वो किसानी भी मूव करेगी, हिमाचल दी भी मूव करेगी, उत्तराखंड की भी मूव करेगी, सारे किसान इकट्ठे हो जाएंगे। दिस इज़ नॉट ओनली पंजाब। किसानी का 70% है सारे पंजाब हिंदुस्तान दे विच। सो अज वी डोंट वांट ट्रबल, आई वांट अ पीसफुल पंजाब। पंजाब ने बहुत कुछ खून खराबा देख लिया, मैंने आई डोंट वांट इट अगेन। 35,000 पंजाबियों का खून डुलिया इत्थे उस औखे। और 2-3 चीज़ां होंदियां ने। अगर तो कोई सियासी गल हो, जैसे चंडीगढ़ ने आना है या कोई अबोर फाजिलका देना है या कुछ देना है, दैट्स पॉलिटिक्स। आई डोंट बिलीव इन दैट पॉलिटिक्स। वो एक पासे। लेकिन जो धार्मिक गल होंदी है ना कोई, या कोई होंदी है किसी दे बच्चे दे पेट का सवाल, जिहड़े अपने बच्चे नूं रोटी नहीं खवा सकदा, वो सवाल जिहड़ा हुंदा ना, वो फिर वो सारे हद टप जांदा है। एंड दैट इज़ वाई ये जरूरी है सानू कि एक थोड़े कोल पाकिस्तान की लाइन है, वो गड़बड़ करने की पूरी कोशिश करेंगे। ISI एक्टिव होएगा और मैं नहीं चाहता कि साडे बच्चे इत्थे कोई 25 साल का, 20 साल का, 10 साल का उन्होंने विच रोस जागे और वो कि उन्होंने कोई हथियार चकन लग जाए। दैट वुड बी अ वेरी अनफॉर्चुनेट थिंग फॉर पंजाब। और ये सोचना चाहिए सी दिल्ली वालियां नूं कि ये हो सकती है गल्लां नहीं। जदों आम तौर पर चल रहे हैं उदों चक लेंदे ने हथियार, तो यह जे मौके ते तां कुछ भी हो सकता है। दैट इज़ वाई ये नहीं आपां ने कुछ करना। वी वॉन्ट टू मेनटेन पीस इन पंजाब और पीस करके असी कॉन्स्टिट्यूशनली एंड लीगली असी ये पूरी लड़ाई लड़ांगे एंड वी आर देयर फॉर इट। मैं तुहानूं ये अश्योरेंस दिना है थोनू और थोड़े राही पंजाब नूं कि असी पूरी लड़ाई इस नूं लवांगे और पंजाब कल्ले नूं नहीं, पूरी किसानी नूं, हिंदुस्तान की किसानी नूं असी अगवाई करांगे, लीड लवांगे। जिन्हें जुड़ना साडे नाल आओ जुड़ो, असी थोड़े नाल जोड़ांगे इस लड़ाई विच।